ਮੁੱਦੇ ਕਿਹੜੇ ਨੇ ਸੰਯੁਕਤ ਸਮਾਜ ਮੋਰਚੇ ਦੇ, ਕਿਉਂ ਲੋਕ ਤੁਹਾਡੇ ਨਾਲ ਜੁੜਨ। ਅਸੀਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਜੇ ਇਹਨਾਂ ਮੁੱਦਿਆਂ ਦੇ ਉੱਪਰ ਵਿਧਾਨ ਸਭਾ ਦੇ ਅੰਦਰ ਨਹੀਂ ਆਵਾਜ਼ ਉਠਾਵਾਂਗੇ, ਸਾਡੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸੀਂ ਜਿਹੜਾ ਸਰਕਾਰ ਬਣਾਵਾਂਗੇ, ਇਸ ਨਿਆਂ ਵਿਵਸਥਾ ਨੂੰ ਰਾਜਨੀਤੀ ਤੋਂ ਜਿਹੜਾ ਨਿਰਲੇਪ ਕਰਾਂਗੇ। ਕੀ ਲੱਗਦਾ ਕਿਉਂ ਦੇਰੀ ਹੋ ਰਹੀ ਹੈ ਚੋਣ ਨਿਸ਼ਾਨ ਦੇ ਵਿੱਚ, ਤੇ ਜੇ ਦੇਰੀ ਹੁੰਦੀ ਹੈ ਜਿਹੜਾ ਨੁਕਸਾਨ ਹੋਣਾ ਉਹਦੀ ਭਰਪਾਈ ਕਿੱਦਾਂ ਕਰੋਗੇ? ਚਾਹੇ ਸਾਨੂੰ ਆਖਰੀ ਦਿਨ ਵਿੱਚ ਵੀ ਜਿਹੜਾ ਚੋਣ ਨਿਸ਼ਾਨ ਮਿਲ ਜਾਵੇ, ਸਾਡੇ ਲੋਕਾਂ ਦੇ ਉਹਨਾਂ ਦਿਲਾਂ ਦੇ ਉੱਪਰ ਜਿਹੜਾ ਚੋਣ ਨਿਸ਼ਾਨ ਛਾ ਜਾਣਾ। ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ, ਇਹ ਚਾਹੁੰਦੇ ਆ ਵੀ ਅੱਜ ਜਿਹੜੀ ਸੰਯੁਕਤ ਸਮਾਜ ਮੋਰਚੇ ਨੂੰ ਜਿਹੜਾ ਆ ਚੋਣ ਨਿਸ਼ਾਨ ਇੱਕ ਨਾ ਮਿਲੇ। ਤੇ ਉਹੀ ਆਮ ਆਦਮੀ ਪਾਰਟੀ ਹੈ ਜਿਹਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਸਿਖਰ ਤੇ ਸੀਗੀਆਂ। ਆਮ ਆਦਮੀ ਪਾਰਟੀ ਜੀ ਕਾਰਪੋਰੇਟ ਘਰਾਣੇ ਦੀ ਪਾਰਟੀ ਆ, ਇਹ ਗੱਲ ਠੀਕ ਹੈ ਵੀ ਇਹਦਾ ਰੂਪ ਜਿਹੜਾ ਆ ਉਹਨਾਂ ਵਾਂਗੂ ਹਜੇ ਲੋਕਾਂ ਵਿੱਚ ਉਜਾਗਰ ਨਹੀਂ ਹੋਇਆ। ਕ੍ਰਾਂਤੀਕਾਰੀ ਕਵੀ ਪਾਸ਼ ਦੀਆਂ ਸਤਰਾਂ ਨੇ, ਅਸੀਂ ਲੜਾਂਗੇ ਸਾਥੀ, ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਚ ਨਾ ਹੋਈ ਲੜਨ ਦੀ ਲੋੜ ਹੋਵੇਗੀ, ਅਸੀਂ ਲੜਾਂਗੇ ਸਾਥੀ। ਹੋ ਸਕਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਇਸ ਸਮੇਂ ਟੀਵੀ ਚੈਨਲਾਂ ਦੇ ਉੱਤੇ, ਇੱਥੋਂ ਤੱਕ ਕਿ ਸਾਡੇ ਚੈਨਲ ਦੇ ਉੱਤੇ ਵੀ ਸਿੱਧੂ ਨੇ ਕੀ ਕਿਹਾ, ਸੁਖਬੀਰ ਬਾਦਲ ਨੇ ਕੀ ਕਿਹਾ, ਉਧਰ ਚੰਨੀ ਹੁਰੀ ਕੀ ਕਰਦੇ ਪਏ ਆ, ਇਹ ਰੈਲੀਆਂ ਦਾ ਸ਼ੋਰ ਸ਼ਰਾਬਾ, ਕਿਤੇ ਬਿਆਨਬਾਜ਼ੀਆਂ ਦਾ ਸ਼ੋਰ ਸ਼ਰਾਬਾ ਤੁਹਾਨੂੰ ਉਹੀ ਸੁਣਾਈ ਦਿੰਦਾ ਹੋਵੇ। ਪਰ ਇਸ ਸਭ ਦੇ ਦਰਮਿਆਨ ਇੱਕ ਧਿਰ ਇਹੋ ਜਿਹੀ ਵੀ ਹੈ ਜਿਹਦੀ ਚੜ੍ਹਤ 1 ਸਾਲ ਤੋਂ ਵੱਧ ਸਮਾਂ ਰਹੀ, ਤੇ ਉਹਦੇ ਤੋਂ ਬਾਅਦ ਹੁਣ ਜਦੋਂ ਚੁਣਾਵੀ ਮਾਹੌਲ ਭਖਿਆ ਆ ਤਾਂ ਕਿਤੇ ਉਸ ਧਿਰ ਦੀ ਗੱਲ ਕਰਨ ਦੀ ਲੋੜ ਵੀ ਮਹਿਸੂਸ ਹੋ ਰਹੀ ਹੈ ਜਿਹੜੀ ਨਹੀਂ ਕੀਤੀ ਜਾ ਰਹੀ ਹੈ। ਉਹ ਜ਼ਰੂਰਤ ਹੈਗੀ ਹੈ ਸੰਯੁਕਤ ਸਮਾਜ ਮੋਰਚਾ ਜਾਂ ਫਿਰ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਧਿਰਾਂ ਇਸ ਵੇਲੇ ਚੋਣ ਮੈਦਾਨ 'ਚ ਨਿਤਰੀਆਂ ਨੇ, ਉਹਨਾਂ ਦੇ ਉਮੀਦਵਾਰਾਂ ਦੀ ਗੱਲ ਕਰਨ ਦੀ। ਬਹੁਤ ਪੜ੍ਹੇ ਲਿਖੇ ਉਮੀਦਵਾਰ ਵੀ ਇਹਨਾਂ ਨੇ ਉਤਾਰੇ ਨੇ, ਤੇ ਕੁਝ 2-4 ਇਹੋ ਜਿਹੇ ਵੀ ਰਹੇ ਆ ਜਿਨ੍ਹਾਂ ਦੇ ਉੱਤੇ ਕਿਤੇ ਕਿੰਤੂ ਪਰੰਤੂ ਵੀ ਕੀਤਾ ਜਾਂਦਾ ਰਿਹਾ। ਇਸ ਵੇਲੇ ਅਸੀਂ ਫਲੋਰ ਦੇ ਵਿੱਚ ਆ, ਫਲੋਰ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ, ਅਕਾਲੀ ਬਸਪਾ ਗੱਠਜੋੜ, ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਦੀ ਸਹਿਯੋਗੀ ਪਾਰਟੀ ਜਿਹੜੀ ਹੈ ਸੰਯੁਕਤ ਅਕਾਲੀ ਦਲ, ਉਹਦੇ ਉਮੀਦਵਾਰ ਚੋਣ ਮੈਦਾਨ 'ਚ ਨੇ, ਉੱਥੇ ਹੀ ਇਸ ਸਭ ਦੇ ਦਰਮਿਆਨ ਸੰਯੁਕਤ ਸਮਾਜ ਮੋਰਚਾ ਦਾ ਵੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਚੋਣ ਮੈਦਾਨ 'ਚ ਨਿਤਰਿਆ ਹੈ। ਐਡਵੋਕੇਟ ਅਜੇ ਫਿਲੌਰ ਸਾਡੇ ਨਾਲ ਮੌਜੂਦ ਨੇ। ਅਜੇ ਜੀ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਜੀ ਆਇਆਂ ਕਹਿੰਦੇ ਆ, ਤੇ ਨਾਲ ਸੰਘਰਸ਼ ਦੀ ਗੱਲ ਕਰ ਲਈਏ। ਤੁਸੀਂ ਸੰਯੁਕਤ ਸਮਾਜ ਮੋਰਚੇ ਦੇ ਨਾਲ ਇਸ ਵੇਲੇ ਜੁੜ ਕੇ ਉਮੀਦਵਾਰੀ ਆਪਣੀ ਦਾਅਵੇਦਾਰੀ ਕੀਤੀ ਹੈ, ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਇੱਕ ਲੰਬਾ ਸੰਘਰਸ਼, ਉੱਥੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਕੋਈ ਫਰਕ ਲੱਗਦਾ ਉਸ ਲੜਾਈ ਦੇ ਵਿੱਚ ਤੇ ਆ ਜਿਹੜੀ ਸਿਆਸੀ ਲੜਾਈ ਜਿਹੜੀ ਆ ਉਹ ਲੜਨ ਜਾ ਰਹੇ ਹੋ? ਬਿਲਕੁਲ ਨਹੀਂ ਜੀ, ਸਾਨੂੰ ਇਸ ਲੜਾਈ ਦੇ ਵਿੱਚ ਤੇ ਉਸ ਲੜਾਈ ਦੇ ਵਿੱਚ ਕੋਈ ਫਰਕ ਨਹੀਂ ਦਿਖਦਾ, ਕਿਉਂਕਿ ਅਸੀਂ ਮੁੱਦਿਆਂ ਦੀ ਸਿਆਸਤ ਕਰਨ ਆਏ ਹਾਂ। ਅਸੀਂ ਉੱਥੇ ਵੀ ਮੁੱਦੇ ਲੈ ਕੇ ਬੈਠੇ ਸੀ, ਆਪਣੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਬੈਠੇ ਸੀਗੇ, MSP ਦਾ ਮੁੱਦਾ ਲੈ ਕੇ ਬੈਠੇ ਸੀ, ਤੇ ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜੀ ਚੋਣਾਂ ਦੀ ਲੜਾਈ ਵੀ ਲੜ ਰਹੇ ਹਾਂ, ਇਹਦੇ ਵਿੱਚ ਵੀ ਅਸੀਂ ਮੁੱਦਿਆਂ ਦੀ ਲੜਾਈ ਲੜ ਰਹੇ ਹਾਂ। ਮੁੱਦਿਆਂ ਦੀ ਲੜਾਈ ਕਿਹੜੀ ਪਾਰਟੀ ਹੈ ਜਿਹੜੀ ਕਹਿੰਦੀ ਨਹੀਂ ਲੜਦੇ ਆ? ਤੁਸੀਂ ਅਕਾਲੀ ਦਲ ਤੋਂ ਸੁਣ ਲਓ, ਉਹ ਕਹਿੰਦੇ ਸਾਡੇ ਕੋਲ ਮੁੱਦੇ ਉਹ ਆ ਪੰਜਾਬ ਦੇ, ਅਸੀਂ ਪੰਥਕ ਪਾਰਟੀਆਂ, ਪੰਜਾਬ ਦੀ ਖੇਤਰੀ ਪਾਰਟੀਆਂ। ਕਾਂਗਰਸ ਕਹਿੰਦੀ ਅਸੀਂ ਨੈਸ਼ਨਲ ਪਾਰਟੀਆਂ, ਤੇ ਜਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ ਉਹ ਕੋਈ ਕਰ ਨਹੀਂ ਸਕਦਾ, ਸਾਡੇ ਵਰਗਾ ਇਮਾਨਦਾਰ ਕੋਈ ਨਹੀਂ ਆ। ਭਾਜਪਾ ਕਹਿੰਦੀ ਹੈ ਕਿ ਅਸੀਂ ਰਾਸ਼ਟਰੀ ਪੱਧਰ ਤੇ ਜੋ ਕੁਝ ਕਰਨਾ ਆ। ਸੋ ਹਰ ਧਿਰ ਕਹਿੰਦੀ ਅਸੀਂ ਮੁੱਦਿਆਂ ਦੀ। ਵੱਖਰੇ ਮੁੱਦੇ ਕਿਹੜੇ ਨੇ ਸੰਯੁਕਤ ਸਮਾਜ ਮੋਰਚੇ ਦੇ, ਕਿਉਂ ਲੋਕ ਤੁਹਾਡੇ ਨਾਲ ਜੁੜਨ? ਜਿਹੜੇ ਬਹੁਤ ਸਾਰੇ ਲੋਕ ਉੱਥੇ ਅੰਦੋਲਨ 'ਚ ਜੁੜੇ ਸੀ, ਜਦੋਂ ਪਿੰਡਾਂ 'ਚ ਵਾਪਸ ਪਰਤੇ ਆ ਤੇ ਫਿਰ ਅਕਾਲੀ, ਕਾਂਗਰਸੀ, ਭਾਜਪਾਈ ਜਾਂ ਆਪ ਵਾਲੇ ਬਣ ਗਏ ਆ। ਤੁਹਾਡੇ ਮੁੱਦੇ ਇਹੋ ਜਿਹੇ ਕਿਹੜੇ ਖਾਸ ਹੈ ਜਿਹਦੇ ਨਾਲ ਲੋਕ ਜੁੜਨ? ਅਸੀਂ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਲੜ ਰਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਜੇ ਸਾਨੂੰ ਲੋਕ ਵੋਟਾਂ ਪਾ ਕੇ ਵਿਧਾਨ ਸਭਾ ਦੇ ਪਹੁੰਚਾ ਦੇਣ, ਅਸੀਂ ਸਭ ਤੋਂ ਪਹਿਲਾਂ ਜਿਹੜਾ ਆ ਬੇਰੁਜ਼ਗਾਰੀ ਦਾ ਹੱਲ ਕਰਾਂਗੇ। ਉਸ ਦੇ ਨਾਲ ਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮੁੱਦੇ ਤਾਂ ਦੂਸਰੀਆਂ ਪਾਰਟੀਆਂ ਵੀ ਕਹਿੰਦੀਆਂ ਤੇ ਅਸੀਂ ਕਰਨਾ, ਇਹਦੇ ਵਿੱਚ ਬੜਾ ਫਰਕ ਹੈ। ਕਿਉਂਕਿ ਦੂਸਰੀਆਂ ਪਾਰਟੀਆਂ ਦਾ ਅਸੀਂ ਦੇਖ ਲਿਆ, ਹਰ 5 ਸਾਲਾਂ ਬਾਅਦ ਸਾਨੂੰ ਲਾਰੇ ਲਾਏ ਜਾਂਦੇ ਆ, ਝੂਠੇ ਜਿਹੜੇ ਆ ਵਾਅਦੇ ਕੀਤੇ ਜਾਂਦੇ ਆ। ਪਰ ਸੰਯੁਕਤ ਸਮਾਜ ਮੋਰਚਾ ਅੱਜ ਜਿਹੜਾ ਪੰਜਾਬ ਦੇ ਅੰਦਰ ਕੋਈ ਇੱਦਾਂ ਦਾ ਝੂਠਾ ਲਾਰਾ ਜਾਂ ਇੱਦਾਂ ਝੂਠਾ ਵਾਅਦਾ ਨਹੀਂ ਕਰ ਰਿਹਾ। ਬਟ ਮੁੱਦਿਆਂ ਦੀ ਲੜਾਈ ਨੂੰ ਲੈ ਕੇ ਅਸੀਂ ਮੁੱਦੇ ਵੀ ਉਹ ਲਏ ਆ ਜਿਨ੍ਹਾਂ ਨੂੰ ਅਸੀਂ ਹੱਲ ਕਰ ਸਕੀਏ। ਤੁਸੀਂ ਦੇਖਿਆ ਪਿਛਲੇ ਦਿਨੀ ਗਿੱਦੜਬਾਹੇ ਤੋਂ ਸਾਡਾ ਉਮੀਦਵਾਰ ਆ ਗੁਰਪ੍ਰੀਤ ਕੋਟਲੀ, ਉਹਨਾਂ ਨੇ ਜਿਹੜਾ ਹੈਗਾ ਮੈਂ ਆਪਣਾ ਜਿਹੜਾ ਐਫੀਡੇਵਿਟ ਦਿੱਤਾ ਵੀ ਜੇ ਅਸੀਂ ਇਹਨਾਂ ਮੁੱਦਿਆਂ 'ਤੇ ਲੜਾਈ ਨਹੀਂ ਲੜਾਂਗੇ, ਜੇ ਅਸੀਂ ਮੁੱਦਿਆਂ ਦੀ ਗੱਲ ਨਹੀਂ ਕਰਾਂਗੇ ਤਾਂ ਸਾਡੇ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਵੀ ਬਿਲਕੁਲ ਇਹੀ ਗੱਲ ਕਹਿੰਦੇ ਹਾਂ ਵੀ ਜੇ ਅਸੀਂ ਮੁੱਦਿਆਂ ਤੋਂ ਕਿਤੇ ਭਟਕ ਜਾਈਏ,
ਅਸੀਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਜੇ ਇਹਨਾਂ ਮੁੱਦਿਆਂ ਦੇ ਉੱਪਰ ਵਿਧਾਨ ਸਭਾ ਦੇ ਅੰਦਰ ਨਹੀਂ ਆਵਾਜ਼ ਉਠਾਵਾਂਗੇ, ਸਾਡੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਇੱਕ ਵਕੀਲ ਹੋ, ਐਡਵੋਕੇਟ ਤੁਹਾਡੇ ਨਾਮ ਦੇ ਅੱਗੇ ਲੱਗਾ ਹੋਇਆ। ਅਜੇ ਜੀ, ਇਹ ਅਸੀਂ ਦੇਖਦੇ ਹਾਂ ਕਿ ਸਾਡੇ ਇੱਥੇ ਮੁਲਕ ਦੇ ਵਿੱਚ, ਆਪਾਂ ਮੁਲਕ ਦੀ ਗੱਲ ਨਹੀਂ ਕਰਦੇ, ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਨਿਆਂ ਵਿਵਸਥਾ ਦੇ ਵਿੱਚ ਕਿਸ ਤਰੀਕੇ ਨਾਲ ਕਹਿਣ ਨੂੰ ਤਾਂ ਕਹਿੰਦੇ ਆ ਕਿ ਬਰਾਬਰਤਾ ਸਾਰਿਆਂ ਦੀ, ਪਰ ਅਮੀਰ ਲਈ ਨਿਆਂ ਕਿੱਥੇ ਆ ਤੇ ਗਰੀਬ ਲਈ ਨਿਆਂ ਕਿੱਥੇ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਕੋਰਟ ਕਚਹਿਰੀਆਂ ਦੇ ਵਿੱਚ ਦੇਖਦੇ ਰਹਿੰਦੇ ਹੋਵੋਗੇ। ਪੋਲੀਟੀਕਲੀ ਇਹੋ ਜਿਹੀਆਂ ਕਿਹੜੀਆਂ ਖਾਮੀਆਂ ਤੁਹਾਨੂੰ ਨਜ਼ਰ ਆਈਆਂ ਜਿਹਦਾ ਕਰਕੇ ਲੱਗਾ ਨਹੀਂ ਪੋਲੀਟੀਕਲੀ ਸਿਨੈਰੀਓ ਵੀ ਚੇਂਜ ਕਰਨ ਦੀ ਲੋੜ ਹੈ, ਚਿਹਰੇ ਵੀ ਚੇਂਜ ਕਰਨ ਦੀ ਲੋੜ ਆ, ਜਿਹਦੇ ਨਾਲ ਸੱਚੀ ਹੀ ਨਿਆਂ ਵਿਵਸਥਾ ਜਿਹੜੀ ਆ ਉਹ ਆਮ ਲੋਕਾਂ ਲਈ ਬਣ ਜਾਵੇ? ਕਿਹੜੀਆਂ ਤਬਦੀਲੀਆਂ ਦੇਖਣੀਆਂ ਚਾਹੁੰਦੇ ਹੋ? ਅੱਜ ਅਸੀਂ ਜੋ ਨਿਆਂ ਵਿਵਸਥਾ ਦੀ ਗੱਲ ਕਰਦੇ ਹਾਂ, ਅੱਜ ਰਾਜਨੀਤੀ ਵਿੱਚ ਉਹਦੇ ਵਿੱਚ ਬਿਲਕੁਲ ਘੁਸਪੈਠ ਕਰ ਚੁੱਕੀ ਆ। ਅੱਜ ਕੋਈ ਵੀ ਰਾਜਨੀਤਿਕ ਨੇਤਾ ਹੈ, ਕੋਈ ਵੀ ਰਾਜਨੀਤਿਕ ਪਾਰਟੀ ਆ, ਕਿਸੇ ਵੀ ਥਾਣੇ ਕਚਹਿਰੀ ਦੇ ਵਿੱਚ ਜਿਹੜਾ ਐਂਟਰ ਕਰਨ ਤੋਂ ਰਹਿ ਨਹੀਂ ਸਕਦੀ। ਅਸੀਂ ਜਿਹੜਾ ਸਰਕਾਰ ਬਣਾਵਾਂਗੇ, ਇਸ ਨਿਆਂ ਵਿਵਸਥਾ ਨੂੰ ਰਾਜਨੀਤੀ ਤੋਂ ਜਿਹੜਾ ਨਿਰਲੇਪ ਕਰਾਂਗੇ। ਰਾਜਨੀਤੀ ਤੋਂ ਮਤਲਬ ਰਾਜਨੀਤੀ ਕਿਤੇ ਨਾ ਕਿਤੇ ਘੁੰਮਦੀ ਹੈ ਤੇ ਰਾਜਨੀਤੀ ਦੇ ਵਿੱਚ ਹੀ ਦੁਬਾਰਾ ਫਿਰ ਘੁੰਮ ਘੁਮਾ ਕੇ ਤੁਹਾਨੂੰ ਆਪ ਨੂੰ ਆਉਣਾ ਪੈਂਦਾ। ਇਸ ਸਮੇਂ ਚੋਣ ਨਿਸ਼ਾਨ ਨਹੀਂ ਮਿਲਿਆ। ਮੈਂ ਇਸ ਕਰਕੇ ਤੁਹਾਨੂੰ ਸਵਾਲ ਪੁੱਛ ਰਿਹਾ, ਤੁਹਾਡੀ ਜਗ੍ਹਾ ਕੋਈ ਹੋਰ ਕੈਂਡੀਡੇਟ ਹੁੰਦਾ ਤੇ ਸ਼ਾਇਦ ਨਾ ਪੁੱਛਦਾ, ਕਿਉਂਕਿ ਤੁਸੀਂ ਖੁਦ ਐਡਵੋਕੇਟ ਹੋ, ਐਡਵੋਕੇਸੀ ਕਰਦੇ ਹੋ, ਤੁਹਾਨੂੰ ਪਤਾ ਆ ਕਿ ਚੋਣ ਕਮਿਸ਼ਨ ਦੇ ਮਾਪਦੰਡ, ਸ਼ਰਤਾਂ, ਨਿਯਮ ਕੀ ਨੇ, ਉੱਥੇ ਕਿੰਨੀ ਦੇਰ ਲੱਗਦੀ ਹੈ ਚੋਣ ਨਿਸ਼ਾਨ ਮਿਲਣ ਨੂੰ, ਰਜਿਸਟ੍ਰੇਸ਼ਨ ਨੂੰ। ਪਰ ਰਾਜੇਵਾਲ ਸਾਹਿਬ ਕਹਿੰਦੇ ਆ ਕਿ ਜਾਣ ਬੁੱਝ ਕੇ ਇਹ ਸਾਰਾ ਕੁਝ ਰੋਕਿਆ ਜਾ ਰਿਹਾ ਤਾਂ ਕਿ ਸਾਡਾ ਪ੍ਰਚਾਰ ਨਾ ਹੋ ਸਕੇ, ਸਾਡੇ ਉਮੀਦਵਾਰ ਜਿਹੜੇ ਆ ਉਹ ਹਲਕਿਆਂ 'ਚ ਜਾ ਕੇ ਦੱਸ ਨਾ ਸਕਣ ਕਿ ਇਸ ਚੋਣ ਨਿਸ਼ਾਨ ਤੇ ਤੁਸੀਂ ਵੋਟ ਪਾਉਣੀ ਆ। ਕੀ ਲੱਗਦਾ ਕਿਉਂ ਦੇਰੀ ਹੋ ਰਹੀ ਹੈ ਚੋਣ ਨਿਸ਼ਾਨ ਦੇ ਵਿੱਚ, ਤੇ ਜੇ ਦੇਰੀ ਹੁੰਦੀ ਹੈ ਜਿਹੜਾ ਨੁਕਸਾਨ ਹੋਣਾ ਉਹਦੀ ਭਰਪਾਈ ਕਿੱਦਾਂ ਕਰੋਗੇ? ਸਾਡੇ ਚੋਣ ਨਿਸ਼ਾਨ ਵਿੱਚ ਦੇਰੀ ਹੋ ਰਹੀ ਹੈ, ਇਹ ਗੱਲ ਸੱਚ ਹੈ ਜੀ। ਬਟ ਇਹ ਵੀ ਗੱਲ ਸੱਚ ਹੈ ਵੀ ਲੋਕਾਂ ਦਾ ਇਸ ਮੋਰਚੇ ਨੂੰ ਜਿੰਨਾ ਸਮਰਥਨ ਆ, ਚਾਹੇ ਸਾਨੂੰ ਆਖਰੀ ਦਿਨ ਵਿੱਚ ਵੀ ਜਿਹੜਾ ਚੋਣ ਨਿਸ਼ਾਨ ਮਿਲ ਜਾਵੇ, ਸਾਡੇ ਲੋਕਾਂ ਦੇ ਉਹਨਾਂ ਦਿਲਾਂ ਦੇ ਉੱਪਰ ਜਿਹੜਾ ਚੋਣ ਨਿਸ਼ਾਨ ਛਾ ਜਾਣਾ। ਦੂਸਰੀ ਗੱਲ ਜਿਹੜੀ ਰਾਜੇਵਾਲ ਸਾਹਿਬ ਗੱਲ ਕਹਿ ਰਹੇ, ਇਹ ਗੱਲ ਠੀਕ ਆ ਵੀ ਜਿਹੜੀਆਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਆ ਇਸ ਮੋਰਚੇ ਤੋਂ ਅੱਜ ਭੈ ਖਾਂਦੀਆਂ, ਉਹਨਾਂ ਨੂੰ ਚਿੰਤਾ ਪੈ ਗਈ ਵੀ ਕਿਤੇ ਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਟੈਨਸ਼ਨ ਪਈ ਹੋਈ ਆ ਵੀ ਜੇ ਇਹਦੀ ਰਜਿਸਟ੍ਰੇਸ਼ਨ ਪ੍ਰੋਪਰ ਹੋ ਗਈ ਤਾਂ ਜਿਹੜਾ ਇਹਨਾਂ ਨੂੰ ਮੋਰਚੇ ਨੂੰ ਇੱਕ ਨਿਸ਼ਾਨ ਮਿਲ ਜਾਣਾ ਤੇ ਪੰਜਾਬ ਦੇ ਅੰਦਰ ਇਸ ਨਿਸ਼ਾਨ ਤੇ ਮੋਹਰਾਂ ਲੱਗ ਜਾਣੀਆਂ। ਇਸ ਕਰਕੇ ਉਹ ਜਿਹੜਾ ਆ ਸਾਡੇ ਮੋਰਚੇ ਨੂੰ ਬਦਨਾਮ ਕਰਨ ਦੇ ਲਈ, ਸਾਡੇ ਮੋਰਚੇ ਦੀ ਰਜਿਸਟ੍ਰੇਸ਼ਨ ਰੋਕਣ ਦੇ ਲਈ ਬਹੁਤ ਸਾਰੇ ਹੱਥਕੰਡੇ ਜਿਹੜੇ ਅਪਣਾ ਰਹੇ ਆ। ਕੌਣ ਰੋਕ ਰਿਹਾ? ਤੁਹਾਨੂੰ ਲੱਗਦਾ ਕਿ ਕੇਂਦਰ ਦੀ ਸੱਤਾ ਰੋਕ ਰਹੀ ਹੈ ਜਾਂ ਕੇਜਰੀਵਾਲ ਹੋਰੀ ਰੋਕ ਰਿਹਾ? ਬਿਲਕੁਲ ਜੀ, ਇਹ ਸਾਰੀਆਂ ਕਾਰਪੋਰੇਟ ਘਰਾਣੇ ਦੀਆਂ ਜਿੰਨੀਆਂ ਪਾਰਟੀਆਂ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ, ਇਹ ਚਾਹੁੰਦੇ ਆ ਵੀ ਅੱਜ ਜਿਹੜੀ ਸੰਯੁਕਤ ਸਮਾਜ ਮੋਰਚੇ ਨੂੰ ਜਿਹੜਾ ਆ ਚੋਣ ਨਿਸ਼ਾਨ ਇੱਕ ਨਾ ਮਿਲੇ। ਕਾਰਪੋਰੇਟ ਘਰਾਣਿਆਂ ਦੀ ਪਾਰਟੀਆਂ ਦੇ ਵਿੱਚ ਤੁਸੀਂ ਨਾ ਆਮ ਆਦਮੀ ਪਾਰਟੀ ਨੂੰ ਵੀ ਨਾਲ ਹੀ ਲਪੇਟ ਲਿਆ, ਤੇ ਉਹੀ ਆਮ ਆਦਮੀ ਪਾਰਟੀ ਆ ਜਿਹਦੇ ਨਾਲ ਗੱਠਜੋੜ ਦੀਆਂ ਚਰਚਾਵਾਂ ਸਿਖਰ ਤੇ ਸੀਗੀਆਂ। ਨਹੀਂ ਹੋਇਆ ਗੱਠਜੋੜ ਹੁਣ ਤਾਂ ਕਰਕੇ ਇਹ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣ ਗਈ ਹੈ, ਜਾਂ ਤੁਹਾਨੂੰ ਲੱਗਦਾ ਕਿ ਸੱਚੀ ਹੀ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਸੀ ਤਾਂ ਕਰਕੇ ਗੱਠਜੋੜ ਹੋਇਆ ਹੀ ਨਹੀਂ? ਆਮ ਆਦਮੀ ਪਾਰਟੀ ਜੀ ਕਾਰਪੋਰੇਟ ਘਰਾਣੇ ਦੀ ਪਾਰਟੀ ਆ, ਇਹ ਗੱਲ ਠੀਕ ਹੈ ਵੀ ਇਹਦਾ ਰੂਪ ਜਿਹੜਾ ਆ ਉਹਨਾਂ ਵਾਂਗੂ ਹਜੇ ਲੋਕਾਂ ਵਿੱਚ ਉਜਾਗਰ ਨਹੀਂ ਹੋਇਆ। ਪਰ ਕੇਜਰੀਵਾਲ ਵੀ ਉਹਨਾਂ ਪਾਰਟੀਆਂ ਵਾਂਗੂ ਕਾਰਪੋਰੇਟ ਘਰਾਣੇ ਦੀ ਜਿਹੜੀਆਂ ਹੱਕਾਂ ਦੀਆਂ ਗੱਲਾਂ ਕਰਦਾ, ਉਹਨਾਂ ਦੇ ਕਾਰਪੋਰੇਟ ਘਰਾਣੇ ਦੀਆਂ ਹੱਕਾਂ ਦੇ ਕਾਨੂੰਨ ਬਣਾਉਣ ਦੀਆਂ ਗੱਲਾਂ ਕਰਦਾ। ਇਸ ਕਰਕੇ ਉਹਨਾਂ ਪਾਰਟੀਆਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ। ਫਲੋਰ ਦੇ ਕਿਹੜੇ ਇਹੋ ਜਿਹੇ ਮਸਲੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਚੁੱਕਣ ਦੀ ਲੋੜ ਆ? ਹੁਣ ਤੱਕ ਜਿਹੜੇ ਵੀ ਵਿਧਾਇਕ ਇੱਥੋਂ ਬਣੇ ਆ ਇਸ ਹਲਕੇ ਦੇ, ਉਹਨਾਂ ਨੇ ਉਹਨਾਂ ਮੁੱਦਿਆਂ ਦੇ ਉੱਤੇ ਕਦੀ ਕੋਈ ਕੰਮ ਹੀ ਨਹੀਂ ਕੀਤਾ, ਸਿਰਫ ਆਉਂਦੇ ਆ ਚੋਣਾਂ ਦੇ ਦਿਨਾਂ ਦੇ ਵਿੱਚ, ਜਿੱਤਦੇ ਆ ਤੇ ਵਿਧਾਨ ਸਭਾ ਵਾਲੇ ਪਾਸੇ ਨੂੰ ਚੱਲ ਜਾਂਦੇ ਆ, ਉਦੋਂ ਬਾਅਦ ਇਹਨਾਂ ਮੁੱਦਿਆਂ ਦੇ ਵੱਲ ਮੂੰਹ ਤੱਕ ਨਹੀਂ ਕਰਦੇ। ਬਿਲਕੁਲ ਜੀ, ਫਲੋਰ ਦੇ ਬੜੇ ਬੁਨਿਆਦੀ ਮੁੱਦੇ ਆ। ਅੱਜ ਫਲੋਰ ਦੇ ਵਿੱਚ ਐਜੂਕੇਸ਼ਨ ਢਾਂਚਾ ਜਿਹੜਾ ਬਿਲਕੁਲ ਜਿਹੜਾ ਆ ਖਤਮ ਹੁੰਦਾ ਜਾ ਰਿਹਾ। ਫਲੋਰ ਦੇ ਜਿੰਨੇ ਵੀ ਸਰਕਾਰੀ ਸਕੂਲਾਂ ਦੀ ਅਸੀਂ ਗੱਲ ਕਰ ਲਈਏ, ਸਰਕਾਰੀ ਕਾਲਜਾਂ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿਸੇ ਦੇ ਵਿੱਚ ਵੀ ਜਿਹੜੇ ਟੀਚਰ ਨਹੀਂ, ਅਧਿਆਪਕ ਪੂਰੇ ਨਹੀਂ ਹੈਗੇ। ਇਹ ਭਖਦਾ ਮੁੱਦਾ ਆ। ਉਹਦੇ ਨਾਲ ਹੀ ਅਸੀਂ ਚਾਹੁੰਦੇ ਹਾਂ ਫਲੋਰ ਦੇ ਅੰਦਰ ਕੋਈ ਮੈਡੀਕਲ ਕਾਲਜ ਬਣੇ ਜਿੱਥੇ ਲੋਕਾਂ ਨੂੰ, ਜਿਹੜਾ ਬੱਚਿਆਂ ਨੂੰ ਹੈਗੀ ਆ ਮੈਡੀਕਲ ਦੀ ਪੜ੍ਹਾਈ ਮਿਲੇ। ਔਰ ਫਲੋਰ ਦੇ ਬੁਨਿਆਦੀ ਮੁੱਦਿਆਂ ਦੇ ਵਿੱਚ ਸਾਡੇ ਕੋਲ 3-4 ਸ਼ਹਿਰ ਆ, ਗੁਰਾਇਆ ਸ਼ਹਿਰ ਆ, ਫਲੋਰ ਸ਼ਹਿਰ ਆ, ਇਹਨਾਂ ਸ਼ਹਿਰਾਂ ਦੇ ਵਿੱਚ ਕੋਈ ਬੱਸ ਸਟੈਂਡ ਦਾ ਪ੍ਰੋਪਰ ਪ੍ਰਬੰਧ ਨਹੀਂ ਹੈਗਾ। ਤੇ ਹੋਰ ਛੋਟੇ ਛੋਟੇ ਜਿਹੜੀਆਂ ਸੜਕਾਂ ਦੀ ਗੱਲ ਆ, ਜਾਂ ਕਹਿ ਲਈਏ ਅਸੀਂ ਹੋਰ ਪਿੰਡਾਂ ਦੀਆਂ ਗਲੀਆਂ ਦੀ ਗੱਲ ਆ, ਉਹ ਵੀ ਜਿਹੜੇ ਫਲੋਰ ਦੇ ਭਖਦੇ ਮੁੱਦੇ। ਅੱਜ ਸਮੱਸਿਆ ਉੱਥੇ ਦੀ ਉੱਥੇ ਖੜੀ ਆ। ਤੁਸੀਂ ਜਦੋਂ ਮੈਡੀਕਲ ਕਾਲਜ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਹਾਂ ਇਹ ਬਹੁਤ ਚੰਗੀ ਗੱਲ ਹੈ। ਸਕੂਲਾਂ ਦੀ ਗੱਲ ਕਰਦੇ ਹੋ, ਮੈਨੂੰ ਲੱਗਦਾ ਕਿ ਹਾਂ ਚੰਗੀ ਗੱਲ ਹੈ। ਜੇ ਸੰਯੁਕਤ ਸਮਾਜ ਮੋਰਚਾ ਵੀ ਗਲੀਆਂ ਨਾਲੀਆਂ ਤੱਕ ਸੀਮਤ ਹੋ ਕੇ ਰਹਿ ਗਿਆ, ਉਹ ਤਾਂ ਪਿਛਲੇ 70 ਸਾਲ ਤੋਂ ਸਾਡੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਹੀ ਆ ਰਹੀਆਂ ਨੇ। ਬਿਲਕੁਲ ਜੀ, ਬਟ ਇਹ ਅਸੀਂ ਜੇ ਗੱਲ ਕਹਿ ਲਈਏ ਭਾਵੇਂ ਛੋਟਾ ਮੁੱਦਾ, ਪਰ ਮੁੱਦਾ ਤਾਂ ਹੈ। ਇਹ ਠੀਕ ਹੈ ਵੀ ਸਾਡੇ ਅੱਜ ਬੁਨਿਆਦੀ ਮੁੱਦੇ ਜਿਹੜੇ ਆ, ਸਾਡੀ ਬੇਰੁਜ਼ਗਾਰੀ ਦਾ ਸਵਾਲ ਆ, ਸਾਡੇ ਸਕੂਲਾਂ ਦੀ ਹਾਲਤ ਸੁਧਾਰਨ ਦਾ ਸਵਾਲ ਆ, ਸਾਡੇ ਹਸਪਤਾਲਾਂ ਦੀ ਹਾਲਤ ਸੁਧਾਰਨ ਦਾ ਸਵਾਲ ਆ, ਜਾਂ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਆ, ਅਸੀਂ ਜਿਹੜਾ ਇਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੁੰਦੇ ਹਾਂ।
ਹੁੰਗਾਰਾ ਕਿਹੋ ਜਿਹਾ ਮਿਲ ਰਿਹਾ? ਇਸ ਵੇਲੇ ਤੁਸੀਂ ਪਿੰਡਾਂ ਥਾਵਾਂ ਦੇ ਵਿੱਚ ਨਿਕਲੇ ਹੋਏ ਆ, ਅੱਜ ਵੀ ਤੁਸੀਂ ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਲਈ ਆਏ ਸੀ, ਉੱਥੇ ਹੀ ਤੁਹਾਨੂੰ ਅਸੀਂ ਫੋਲੋ ਕਰਦੇ ਕਰਦੇ ਪਹੁੰਚੇ ਆ। ਕਿੱਦਾਂ ਦਾ ਹੁੰਗਾਰਾ ਹੈ ਜਦੋਂ ਤੁਸੀਂ ਪ੍ਰਚਾਰ ਲਈ ਨਿਕਲਦੇ ਆ? ਕਿਉਂਕਿ ਇਸ ਵਾਰ ਪ੍ਰਚਾਰ ਤੰਤਰ ਕੁਝ ਬਦਲਿਆ ਹੋਇਆ ਹੈ, ਕਿਉਂਕਿ ਚੋਣ ਕਮਿਸ਼ਨ ਦੀਆਂ ਰੋਕਾਂ ਬਹੁਤ ਵੱਡੀਆਂ ਵੱਡੀਆਂ ਲੱਗੀਆਂ ਹੋਈਆਂ, ਵੱਡੀਆਂ ਰੈਲੀਆਂ ਵੀ ਨਹੀਂ ਕਰ ਪਾ ਰਿਹਾ ਕੋਈ, ਇੱਥੋਂ ਤੱਕ ਪੋਲੀਟੀਕਲ ਪਾਰਟੀਆਂ ਨਹੀਂ ਕਰ ਪਾ ਰਹੀਆਂ। ਹੁੰਗਾਰਾ ਕਿਹੋ ਜਿਹਾ, ਕੀ ਤੁਹਾਨੂੰ ਉਮੀਦ ਨਜ਼ਰ ਆ ਰਹੀ ਹੈ? ਇਸ ਮੋਰਚੇ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਹੰਗਾਰਾ ਆ, ਕਿਉਂਕਿ ਜਿਸ ਦਿਨ ਅਸੀਂ ਤੁਰੇ ਸੀ ਸਾਨੂੰ ਆਸ ਨਹੀਂ ਸੀ ਲੋਕ ਇੰਨੇ ਜਿਹੜੇ ਸਾਨੂੰ ਰਿਸਪੌਂਸ ਦੇਣਗੇ। ਪਰ ਸੱਚ ਜਾਣਿਓ ਅੱਜ ਪਿੰਡਾਂ ਦੇ ਅੰਦਰ ਮਤੇ ਪੈ ਰਹੇ ਆ ਵੀ ਇਸ ਮੋਰਚੇ ਨੂੰ ਵੋਟ ਪਾਏ ਤੋਂ ਬਗੈਰ ਅਸੀਂ ਕਿਸੇ ਹੋਰ ਰਾਜਨੀਤਿਕ ਪਾਰਟੀ ਨੂੰ ਵੋਟ ਨਹੀਂ ਪਾਉਣੀ। ਇੱਥੋਂ ਤੱਕ ਕਿ ਕੁਝ ਪਾਰਟੀਆਂ ਦੇ ਅਗੇਂਸਟ ਤਾਂ ਲੋਕਾਂ ਨੇ ਪਿੰਡਾਂ ਦੇ ਅੰਦਰ ਜਿਹੜੇ ਹੈਗੇ ਆ ਫਲੈਕਸਾਂ ਲਾਤੀਆਂ, ਬੋਰਡ ਲਾਤੇ ਵੀ ਅਕਾਲੀ ਤੇ ਔਰ ਕਾਂਗਰਸੀ ਸਾਡੇ ਪਿੰਡਾਂ ਦੇ ਵਿੱਚ ਨਾ ਵੜਨ। ਪਰ ਮੋਰਚੇ ਨੂੰ ਇੰਨਾ ਪਿਆਰ ਦੇ ਰਿਹਾ, ਮੋਰਚੇ ਦੇ ਲਈ ਉਹ ਘਰ ਘਰ ਪ੍ਰਚਾਰ ਕਰ ਰਿਹਾ। ਸਾਨੂੰ ਆਸ ਆ ਕਿ ਇਸ ਵਿਧਾਨ ਸਭਾ ਫਲੋਰ ਦੇ ਲੋਕ ਜਿਹੜੇ ਆ ਇਸ ਸੰਯੁਕਤ ਸਮਾਜ ਮੋਰਚੇ ਨੂੰ ਜਿਤਾ ਕੇ ਜ਼ਰੂਰ ਵਿਧਾਨ ਸਭਾ 'ਚ ਪਹੁੰਚਾਉਣਗੇ। ਰਾਜੇਵਾਲ ਸਾਹਿਬ ਨਾਲ ਵੀ ਗੱਲ ਹੁੰਦੀ ਹੋਏਗੀ, ਪਾਰਟੀ ਦੀ ਕੋਰ ਜਿਹੜੀ ਲੀਡਰਸ਼ਿਪ ਆ ਉਹਦੇ ਨਾਲ ਵੀ ਗੱਲ ਹੁੰਦੀ ਹੋਏਗੀ। ਕਦੋਂ ਤੱਕ ਦੀ ਸੰਭਾਵਨਾ ਜਤਾਈ ਆ ਚੋਣ ਨਿਸ਼ਾਨ ਨੂੰ ਲੈ ਕੇ? ਕਦੋਂ ਤੱਕ ਜਿਹੜਾ ਆ ਉਹ ਫਾਈਨਲ ਰੂਪ ਜਿਹੜਾ ਆ ਉਹ ਇਸ ਪਾਰਟੀ ਦਾ ਜਿਹੜਾ ਨਿਕਲ ਕੇ ਸਾਹਮਣੇ ਆ ਜਾਏਗਾ, ਇਸ ਮੋਰਚੇ ਦਾ ਨਿਕਲ ਕੇ ਸਾਹਮਣੇ ਆ ਜਾਏਗਾ, ਤਾਂ ਕਿ ਲੋਕ ਜਿਹੜਾ ਉਸ ਤੋਂ ਬਾਅਦ, ਕਿਉਂਕਿ ਇਹ ਵਾਰ-ਵਾਰ ਚੀਜ਼ਾਂ ਨਾ ਤੁਹਾਡੇ ਦਿਮਾਗ ਦੇ ਉੱਤੇ ਚੋਟ ਕਰਦੀਆਂ ਨੇ ਨਿਸ਼ਾਨ। ਤੁਹਾਨੂੰ ਪਤਾ ਪ੍ਰਚਾਰ ਤੰਤਰ ਇਸ ਵਾਰ ਇਹੋ ਜਿਹਾ ਕਿ ਚੀਜ਼ਾਂ ਦਿਖਾਉਣੀਆਂ ਪੈਂਦੀਆਂ। ਸਾਰੇ ਪੜ੍ਹੇ ਲਿਖੇ ਨਹੀਂ ਆ, ਉਹ ਸਿਰਫ ਨਿਸ਼ਾਨ ਦੇਖਦੇ ਆ, ਨਾਮ ਬਹੁਤੀ ਵਾਰੀ ਨਹੀਂ ਦੇਖਦੇ। ਕੋਈ ਗੱਲਬਾਤ ਹੁੰਦੀ ਹੈ ਤੇ ਕੋਈ ਭਰੋਸਾ ਮਿਲਿਆ ਉਸ ਪਾਸਿਓਂ ਕਿ ਇਸ ਸਮੇਂ ਤੱਕ ਜਿਹੜੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ? ਸਾਨੂੰ ਅੱਜ ਆਸ ਆ ਵੀ ਅੱਜ ਸ਼ਾਮ ਤੱਕ ਹੀ ਸਾਨੂੰ ਜਿਹੜਾ ਹੈ ਸਾਡੀ ਰਜਿਸਟ੍ਰੇਸ਼ਨ ਦੇ ਜਿਹੜਾ ਪ੍ਰੋਸੈਸ ਹੈ ਕੰਪਲੀਟ ਹੋ ਜਾਏਗਾ ਔਰ ਸਾਨੂੰ ਚੋਣ ਨਿਸ਼ਾਨ ਮਿਲ ਜਾਏਗਾ ਅੱਜ ਸ਼ਾਮ ਤੱਕ ਜੀ। ਬਹੁਤ ਬਹੁਤ ਸ਼ੁਕਰੀਆ ਅਜੇ ਜੀ ਗੱਲਬਾਤ ਕਰਨ ਲਈ। ਸੋ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਫਲੋਰ ਤੋਂ ਉਮੀਦਵਾਰ ਨੇ ਐਡਵੋਕੇਟ ਅਜੇ ਫਿਲੌਰ, ਮੈਦਾਨ ਦੇ ਵਿੱਚ ਨਿਤਰੇ ਹੋਏ ਆ। ਔਰ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਲੜਾਈਆਂ ਜਿਹੜੀਆਂ ਉਹ ਜਿੱਤਣ ਲਈ ਲੜੀਆਂ ਜਾਂਦੀਆਂ ਨੇ, ਲੜਾਈਆਂ ਲੜਨ ਲਈ ਵੀ ਲੜੀਆਂ ਜਾਂਦੀਆਂ ਨੇ, ਲੜਾਈਆਂ ਲੜਨਾ ਸਿੱਖਣ ਲਈ ਵੀ ਲੜੀਆਂ ਜਾਂਦੀਆਂ ਨੇ, ਲੜਾਈਆਂ ਇਸ ਕਰਕੇ ਵੀ ਲੜੀਆਂ ਜਾਂਦੀਆਂ ਨੇ ਕਿ ਜਦੋਂ ਤੁਸੀਂ ਮੈਦਾਨ 'ਚ ਹੁੰਦੇ ਹੋ ਤੇ ਮੁੱਦੇ ਚੁੱਕਦੇ ਹੋ, ਸਹੀ ਦੇ ਲਈ ਲੜਦੇ ਹੋ, ਤੇ ਉਹਦੇ ਨਾਲ ਅੱਗੇ ਦੀ ਲੜਾਈ ਹਮੇਸ਼ਾ ਸਹੀ ਲਈ ਲੜੀ ਜਾਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਅੱਜ ਤੱਕ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਾਂ ਨਿੱਜੀ ਹੱਲਿਆਂ ਤੱਕ ਸੀਮਤ ਰਹਿੰਦੀ ਹੈ ਜਾਂ ਕੁਝ ਸਮੇਂ ਦੇ ਮਸਨੂਈ ਮੁੱਦਿਆਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਤੇ ਉਦੋਂ ਬਾਅਦ 5 ਸਾਲ ਅਸੀਂ ਉਡੀਕਦੇ ਰਹਿੰਦੇ ਕਿ ਚੋਣਾਂ ਆਉਣ ਤੇ ਅਸੀਂ ਇਹਨਾਂ ਲੀਡਰਾਂ ਨੂੰ ਸਬਕ ਸਿਖਾਵਾਂਗੇ। ਫਿਲਹਾਲ ਨਤੀਜੇ 10 ਮਾਰਚ ਨੂੰ ਆਉਣਗੇ, ਲੋਕ ਤੈਅ ਕਰਨਗੇ ਕਿ ਕਿਹਦੇ ਪੱਖ ਦੇ ਵਿੱਚ ਭੁਗਤਣਾ ਤੇ ਕਿਹਦੇ ਵਿਰੋਧ 'ਚ ਭੁਗਤਣਾ। ਪਰ ਇੰਨਾ ਜ਼ਰੂਰ ਹੈ ਇਸ ਵਾਰ ਸੰਯੁਕਤ ਸਮਾਜ ਮੋਰਚੇ ਦੀ ਮੌਜੂਦਗੀ ਕਈ ਇਸ਼ਾਰੇ ਵੀ ਦੇ ਰਹੀ ਹੈ ਤੇ ਸਾਡੇ ਲੋਕਾਂ ਨੇ ਕਿੰਨਾ ਕੁ ਸੰਯੁਕਤ ਸਮਾਜ ਮੋਰਚੇ ਨੂੰ ਆਪਣੇ ਨਾਲ ਜੋੜਿਆ ਤਾਂ ਕਿੰਨਾ ਉਹਦੇ ਨਾਲ ਜੋੜਿਆ, ਇਹਦਾ ਪਤਾ ਵੀ 10 ਮਾਰਚ ਨੂੰ ਲੱਗੇਗਾ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਲੋਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।